श्री नानक पग पंकज बंदन सुमरो अंगद दोख निकंदन अमरदास गुर करदैनिक श्री गुरु रामदास गुण घोरियार जन विघ्नन के नाशक विघ्नन के नाशक श्री गुरु गोविंद सुमत प्रकाशक श्री गुरु राय नमो श्री गुरु गोविंद सिंह करो तरा तर पुन पुन बंदो बार बार जगदीश जा मैं अमृत ज्ञान भगत बैराग श्री गुरु ग्रंथ साहिब उदद कर अनुराग एक ओंकार सतगुरु प्रसाद सच होए वाहिगुरु जी के फतेह कै विनाशन सोए वाहिगुरु जी के फतेह कै विनाशन सोए सतनाम वाहिगुरु साहिब जीओ सो करत सुहारे सोहे व्रत चढ़े अंदन आप स्यों लड़े वाहिगुरु जी का खालसा वाहिगुरु जी की फतेह। परमा सम्मान योग सत्कार योग जबर छत्र तखत दे मालिक हाजरा खजूर जाहरा जकूर सर्व कला भरपूर दसा पातशाह दी जगती जोत धन धन श्री गुरु ग्रंथ साहिब महाराज जी दे पावन पवित्र हजूरी विच असीं जुड़ मिल बैठे हां और साहिब जी ने कृपा की है अमृत बाणी के कीर्तन तो बाद जो लड़ीवार भगत कबीर साहिब जी के 7 12 की विचार आरंभ हुई है। अज का जो भगत कबीर साहिब जी का ये शुक्रवार का जो वारक है ये विचार के नाल आपां जुड़न का यत्न करना पैना और नाल अज दूसरे पातशाह धन धन गुरु अंगद देव महाराज जी का गुरता गद्दी दिवस है। जदों असीं धन गुरु अमरदास गुरु अमर अंगद देव महाराज जी के जीवन को पढ़ते हां धन गुरु अंगद देव महाराज जी के जीवन जिहड़ा है वो 3 हिस्सिਆਂ ਵਿੱਚ ਵੰਡਿਆ ਹੋਇਆ है। पहला जिहड़ा है वो 1504 तो लैके 1532 तक जिहड़ा कि सतगुरु जी का जीवन कर्म कांड के अनुसार देवी की पूजा के विच बतीत होया है। इस तो बाद फिर 1532 तो लैके 1539 तक
ਗੁਰਤਾ ਗੱਦੀ ਮਿਲਣ ਤੱਕ ਜੋ ਸਿੱਖੀ ਦੀ ਘਾਲਣਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਪਦੇਸ਼ ਦੀ ਕਮਾਈ, ਬਾਣੀ ਦੀ ਨਾਮ ਦੀ ਜੋ ਕਮਾਈ ਕੀਤੀ ਹੈ, ਇਹ ਸਤਿਗੁਰੂ ਜੀ ਦੇ ਜੀਵਨ ਦਾ ਦੂਸਰਾ ਕਿੱਸਾ ਹੈ। ਉਹ ਤੀਸਰਾ ਜਿਹੜਾ ਹੈ, ਜਦੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਗੁਰਤਾ ਗੱਦੀ ਤੇ ਬੈਠ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜਾ ਮਿਸ਼ਨ ਉਹਨਾਂ ਨੂੰ ਸੌਂਪਿਆ ਹੈ, ਉਹਦੇ ਵਾਸਤੇ ਸਤਿਗੁਰੂ ਜੀ ਨੇ ਅਨੇਕਾਂ ਜਿਹੜੇ ਕਾਰਜ ਕੀਤੇ ਹਨ। ਪਹਿਲਾ ਜਿਹੜਾ ਸਤਿਗੁਰੂ ਜੀ ਦਾ ਜੀਵਨ ਹੈ 1539 ਦੇ ਵਿੱਚ 1504 ਦੇ ਵਿੱਚ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਮੱਤੇ ਦੀ ਸਰਾਂ, ਇਹਨੂੰ ਨਾਗੇ ਕੀ ਸਰਾਂ ਵੀ ਕਿਹਾ ਜਾਂਦਾ ਹੈ। ਅੱਜ ਅਸੀਂ ਇਸ ਅਸਥਾਨ ਨੂੰ ਅਦਬ ਸਤਿਕਾਰ ਦੇ ਨਾਲ ਮੁਕਤਸਰ ਦੀ ਧਰਤੀ ਕਹਿੰਦੇ ਹਾਂ। ਮੁਕਤਸਰ ਜਿਹੜਾ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਹੈ, ਇਸ ਮੱਤੇ ਦੀ ਸਰਾਂ ਵਿਖੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹੈ। ਤੇ ਉਸ ਵੇਲੇ ਜਿਹੜਾ ਹਿੰਦੂ ਧਰਮ ਪ੍ਰਧਾਨ ਸੀ ਤੇ ਉਸੇ ਧਰਮ ਦੀਆਂ ਰੋਹ ਰੀਤਾਂ ਦੇ ਅਨੁਸਾਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜੀਵਨ ਬਤੀਤ ਕੀਤਾ ਹੈ। ਜਦੋਂ ਕੁਝ ਜੀਵਨ ਦੀ ਹੋਸ਼ ਆਈ ਹੈ, ਕੁਝ ਜੀਵਨ ਦਾ ਪਤਾ ਲੱਗਾ ਹੈ, ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇਵੀ ਦੀ ਪੂਜਾ ਕਰਨ ਲੱਗ ਪਏ ਹਨ। ਤੇ ਦੇਵੀ ਦੇ ਪੁਜਾਰੀ ਬਣ ਕਰਕੇ ਦੇਵੀ ਦੀ ਪੂਜਾ ਵਾਸਤੇ ਜਾਂਦੇ ਹਨ। ਹਰ ਸਾਲ ਪਟੋਲਾ ਲੈ ਕੇ ਜਾਂਦੇ ਸਨ ਤੇ ਕਾਫੀ ਸਮਾਂ ਸਤਿਗੁਰੂ ਜੀ ਨੇ ਦੇਵੀ ਦੀ ਪੂਜਾ ਦੇ ਵਿੱਚ ਗੁਜ਼ਾਰਨਾ ਕੀਤਾ ਹੈ। ਲੇਕਿਨ ਇੱਕ ਦਿਨ ਜਦੋਂ ਸਤਿਗੁਰੂ ਜੀ ਖਡੂਰ ਸਾਹਿਬ ਦੀ ਧਰਤੀ ਤੇ ਹਨ, ਇੱਥੇ ਇੱਕ ਗੁਰੂ ਕਾ ਸਿੱਖ ਜਿਹੜਾ ਹੈ ਉਹ ਪਾਵਨ ਬਾਣੀ ਪੜ੍ਹ ਰਿਹਾ ਹੈ, ਆਸਾ ਦੀ ਵਾਰ ਦਾ ਪਾਠ ਕਰ ਰਿਹਾ ਹੈ। ਤੇ ਆਸਾ ਦੀ ਵਾਰ ਦਾ ਪਾਠ ਕਰਦਿਆਂ ਇਹ ਬਾਣੀ ਦੇ ਸ਼ਬਦ ਜਿਹੜੇ ਹਨ ਉਹ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਦੇ ਕੰਨਾਂ ਵਿੱਚ ਪਏ ਹਨ। ਪਹਿਲਾ ਨਾਮ ਉਹਨਾਂ ਦਾ ਭਾਈ ਲਹਿਣਾ ਹੈ। ਜਿਤ ਸੇਵਿਆ ਸੁਖ ਪਾਈਐ, ਸੋ ਸਾਧ ਸਦਾ ਸੰਭਾਲੀਐ। ਜਿਤ ਕੀਤਾ ਪਾਈਐ, ਆਪਣਾ ਕਾਲਪੁਰੀ ਕੋ ਘਾਲੀਐ। ਮੰਦਾ ਮੂਲਾ ਕੀਚਈ ਦੇ ਲੰਮੀ ਨਦਰ ਨਿਕਾਲੀਐ। ਜੋ ਸਾਹਿਬ ਨਾਲ ਨਾ ਹਾਰੀਐ, ਤਵੇ ਕਾ ਪਾਸਾ ਢਾਲੀਐ। ਕਿਸ ਲਾਕੇ ਉੱਪਰ ਘਾਲੀਐ। ਕਿ ਜੀਵਨ ਦੇ ਵਿੱਚ ਕੁਝ ਲਾਗੇ ਵਾਲਾ ਲਾਭ ਵਾਲਾ ਕਰਮ ਕਰਨਾ ਚਾਹੀਦਾ ਹੈ। ਇਹ ਸ਼ਬਦ ਸੁਣ ਕੇ ਭਾਈ ਲਹਿਣਾ ਜੀ ਬੜੇ ਪ੍ਰਭਾਵਿਤ ਹੋਏ ਹਨ। ਉਹ ਸਿੱਖ ਦਾ ਨਾਮ ਸੀ ਭਾਈ ਜੋਧ ਕੋਲੋਂ ਪੁੱਛਣਾ ਕੀਤਾ ਹੈ ਕਿ ਇਹ ਤੂੰ ਕਿਹਨਾਂ ਦੀ ਬਾਣੀ ਪੜ੍ਹ ਰਿਹਾ ਹੈ, ਕਿਹਨਾਂ ਦਾ ਤੂੰ ਇਹ ਕਲਾਮ ਪੜ੍ਹ ਰਿਹਾ ਹੈ। ਭਾਈ ਜੋਧ ਨੇ ਆਖਿਆ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਹੈ। ਇਸ ਵੇਲੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਨੇ ਜਗਤ ਜਲੰਦੇ ਨੂੰ ਤਾਰਨਾ ਕੀਤਾ ਹੈ। ਚਾਰ ਉਦਾਸੀਆਂ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਗਤ ਜਲੰਦੇ ਦਾ ਉਧਾਰ ਕੀਤਾ ਹੈ। ਔਰ ਇਸ ਵਕਤ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਰਾਵੀ ਦਰਿਆ ਦੇ ਕੰਢੇ ਤੇ ਸਤਿਗੁਰੂ ਜੀ ਉੱਥੇ ਬੈਠ ਕੇ ਲੋਕਾਈ ਦਾ ਉਧਾਰ ਕਰ ਦਿੱਤਾ। ਕਿਉਂਕਿ 1522 ਦੇ ਵਿੱਚ ਸਤਿਗੁਰੂ ਜੀ ਦੀਆਂ ਉਦਾਸੀਆਂ ਖਤਮ ਹੁੰਦੀਆਂ ਨੇ ਤੇ ਉਦਾਸੀਆਂ ਤੋਂ ਬਾਅਦ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਾਵੀ ਦਰਿਆ ਦੇ ਕੰਢੇ ਤੇ ਨਵਾਂ ਨਗਰ ਵਸਾਇਆ ਹੈ, ਜਿਹਦਾ ਨਾਮ ਕਰਤਾਰਪੁਰ ਸਾਹਿਬ ਰੱਖਿਆ ਹੈ। ਤੇ ਭਾਈ ਲਹਿਣੇ ਨੂੰ ਸਤਿਗੁਰੂ ਮਹਾਰਾਜ ਜੀ ਦੇ ਬਾਰੇ ਪਤਾ ਲੱਗਾ ਹੈ। ਇਸ ਵਾਰੀ ਜਦੋਂ ਭਾਈ ਲਹਿਣਾ ਦੇਵੀ ਦੇ ਦਰਸ਼ਨਾਂ ਵਾਸਤੇ ਸੰਗ ਲੈ ਕੇ ਗਿਆ ਹੈ, ਸੰਗ ਜਿਹੜਾ ਸੀ ਉੱਥੇ ਦੇਵੀ ਦੇ ਦਰਸ਼ਨਾਂ ਵਾਸਤੇ ਚਲਾ ਗਿਆ
लेकिन जदों भाई लहणा करतारपुर साहिब के लागे पहुंचिया है, इत्थे धन गुरु नानक पातशाह जी ने दर्शना वास्ते आया है। ते जदों पहली बार धन गुरु नानक पातशाह जी के दर्शन कीते गन ते भाई लहणा जिहड़ा है बड़ा प्रभावित होया है। और सतगुरु जी ने ये वचन भी आखे सन, क्योंकि जदों भाई लहणा करतारपुर साहिब के लागे पहुंचता है ते जिन्हां कोलों राह पुछदा है वो भी धन गुरु नानक पातशाह जी सन। राह दसन वाले भी सतगुरु जी सन ते भाई लहणे दी जिस घोड़ी ते बैठे सन उन्हां दे घोड़े दी लगाम भी धन गुरु नानक पातशाह जी ने पकड़ी सी। इस करके जदों नगर विच आके भाई लहणा जी नूं इस गल दा पता लगा कि जिहड़े मेरे घोड़े की लगाम पकड़ के लैके आए कन, जिहड़े मैनूं इस नगर तक लैके आए कन, उनते धन गुरु नानक पातशाह जी आप की गल। इस करके भाई लहणा बड़ा प्रभावित होया है, धन गुरु नानक पातशाह जी के चरनां ते ढह पिया है, माफिया मंगण लग पे हन। सतगुरु महाराज जी ने बड़े प्यार नाल ये शब्द आखे कि लहणिया जिहड़े लहणेदार हुंदे ने वो सदा घोड़ियां ते चढ़ के आते हैं। तू लैना है ते असीं तेरा कुछ देना है, तू लैण वास्ते आया ते असीं इत्थे देण वास्ते बैठेगा। ते जिहड़े लहणेदार हुंदे ने घोड़ियां ते चढ़ के आते इक्के मिलनी दे विच भाई लहणा देवी नूं भुल गया है, केवल धन गुरु नानक पातशाह जी दे दर दा ही भुखे रह गया। गुरु नानक पातशाह जी के चरणों के विच करतारपुर साहिब की धरती ते टिक गया है। इत्थे संगत करदा है, बाणी पढ़ते ने भाई लहणा जी, संगत में जा करके सेवा करते कन। जो जो धन गुरु नानक पातशाह जी हुक्म करते कन, हर एक हुक्म नूं भाई लहणे ने कमाना कीता है। ते इस हुक्म की कमाई जिहड़ी है, गुरु नानक पातशाह जी के वचन मनण की कमाई जिहड़ी है, भाई सत्ता ते बलवंत जी वचन करते ने, पए कबूल खसम नाल। भाई लहणा धन गुरु नानक पातशाह जी के दर ते कबूल हो गए, पए कबूल खसम नाल जा काल मरदी काली। जदों धन गुरु भाई लहणे ने मर्दां वाली काल घाली है ते ओह धन गुरु नानक पातशाह जी के दर ते प्रवान हो गई। जिहड़ी घालना बड़ी औखी सी, जिस घालन दे विच जिस सेवा नूं करना बड़ा औखा से, लेकिन वो सेवा भाई लहणे ने करके विखाई है। अद्धी रात का समा है, सर्दी का मौसम है ते बूंदाबांदी हो रही है, बरखा हो रही है। ते अद्धी रात नूं धर्मशाला की कंध डिग पई है। जदों कंध डिगी है, खड़ाक होया है, धन गुरु नानक पातशाह जी जागे सन। पुत्रा नूं आवाज मारी है कि कंध डिग पई है। पुत्रा ने आख्या भी इस वेले ते मींह पै रहा है, बरखा हो रही है, इन्नी ठंड का सवेरे मींह भी कट जाएगा, थोड़ा जिहा धुप भी चढ़ जाएगी, सवेरे कंध पड़ जाएगी। सतगुरु जी ने भाई लहणे नूं हुक्म कीता है, भाई लहणा जी बरदे मींह दे विच सियाल दी रुੱਤ दे विच के उस कंध नूं बनाउण लग पेगा। जदों तक सवेर होएगा, भाई लहणा ने वो ढठी कोई कंध रातों रात बन के तैयार कर दी है। इसे तरह एक दिन धर्मशाला दे विच एक जिहड़ी चूकी जिहड़ी है वो मरी हुई पई है। सतगुरु जी ने सिखा वाल इशारा किया, पुत्रा वाल इशारा किया है। पुत्रा ने देख करके कोई मरी पई का धर्मशाला दे विच, पुत्रा ने ते इधर उधर मुंह फेर लिया गया।
ਸਿੱਖ ਵੀ ਕੁਝ ਆਨਾ-ਕਾਨੀ ਕਰਨ ਲੱਗੇ ਨੇ ਵੀ ਇਹ ਮਰੀ ਕੋਈ ਚੂਈ ਕੌਣ ਚੱਕੇਗਾ। ਸਤਿਗੁਰ ਜੀ ਨੇ ਭਾਈ ਲਹਿਣੇ ਵੱਲ ਵੇਖਿਆ ਕੈ, ਭਾਈ ਲਹਿਣੇ ਨੇ ਉਸ ਮਰੀ ਕੋਈ ਚੂਈ ਵੱਲ ਵੇਖਿਆ ਕੈ ਤੇ ਉਸ ਮਰੀ ਕੋਈ ਚੂਈ ਨੂੰ ਚੁੱਕ ਕੇ ਧਰਮਸ਼ਾਲਾ ਤੋਂ ਦੂਰ ਜਾ ਕੇ ਸੁੱਟ ਆਂਦਾ। ਹੁਣ ਇਹ ਕੰਮ ਤੇ ਛੋਟਾ ਜਿਹਾ ਸੀ, ਕਰਮ ਤੇ ਛੋਟਾ ਜਿਹਾ ਸੀਗਾ ਕਿ ਮਰੀ ਕੋਈ ਚੂਈ ਨੂੰ ਧਰਮਸ਼ਾਲਾ ਤੋਂ ਚੁੱਕ ਕੇ ਬਾਹਰ ਸੁੱਟਣਾ। ਲੇਕਿਨ ਇੱਕ ਇਹ ਕੰਮ ਜਿਹੜਾ ਹੈ ਨੀਵੀਂ ਜਾਤ ਵਾਲਿਆਂ ਦਾ ਮੰਨਿਆ ਜਾਂਦਾ ਸੀ। ਤੇ ਦੂਜੀ ਗੱਲ ਇਹ ਵੀ ਇੱਥੇ ਕਿਹੜਾ ਹੈ ਜਿਹੜਾ ਸਤਿਗੁਰ ਦੇ ਹੁਕਮ ਨੂੰ ਮੰਨਦਾ, ਕਿਹੜਾ ਜਿਹੜਾ ਹੈ ਗੁਰੂ ਦੇ ਬਚਨਾਂ ਦੀ ਕਮਾਈ ਕਰਦਾ ਹੈ। ਇਸੇ ਤਰ੍ਹਾਂ ਇੱਕ ਦਿਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਕੁਝ ਸਿੱਖ ਹਨ, ਪੁੱਤਰ ਹਨ, ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਭਾਈ ਲਹਿਣਾ ਜੀ ਨਾਲ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੱਥ ਦੇ ਵਿੱਚ ਇੱਕ ਲੋਟਾ ਹੈ। ਲੋਟਾ ਲੈ ਕੇ ਤੁਰੇ ਜਾ ਰਹੇ ਹਨ ਤੇ ਅੱਗੇ ਤੁਰਦਿਆਂ ਹੋਇਆ ਇੱਕ ਚਿੱਕੜ ਵਾਲਾ ਟੋਇਆ ਆਇਆ ਹੈ। ਉਹ ਚਿੱਕੜ ਦੇ ਨਾਲ ਭਰਿਆ ਪਿਆ ਹੈ। ਸਤਿਗੁਰ ਜੀ ਨੇ ਉਹ ਚਿੱਕੜ ਵਾਲਾ ਟੋਇਆ ਦੇਖਿਆ ਹੈ ਤੇ ਜਿਹੜਾ ਹੱਥ ਦੇ ਵਿੱਚ ਲੋਟਾ ਸੀਗਾ ਉਸ ਲੋਟੇ ਨੂੰ ਉਸ ਚਿੱਕੜ ਦੇ ਵਿੱਚ ਸੁੱਟ ਦਿੱਤਾ ਹੈ। ਜਦੋਂ ਲੋਟੇ ਨੂੰ ਚਿੱਕੜ ਵਿੱਚ ਸੁੱਟਿਆ ਹੈ, ਸਤਿਗੁਰ ਜੀ ਨੇ ਪੁੱਤਰਾਂ ਨੂੰ ਆਖਿਆ ਵੀ ਇਹ ਲੋਟਾ ਚਿੱਕੜ ਵਿੱਚ ਡਿੱਗ ਪਿਆ ਹੈ, ਇਹਨੂੰ ਜਾ ਕਰਕੇ ਕੱਢ ਕੇ ਲੈ ਕੇ ਆਓ। ਤੇ ਪੁੱਤਰ ਕਹਿਣ ਲੱਗੇ ਕਿ ਸਤਿਗੁਰ ਜੀ ਇਹ ਜਿਹੜਾ ਪਿਤਾ ਜੀ ਇਹ ਜਿਹੜਾ ਲੋਟਾ ਹੈ, ਜੇ ਤੁਸੀਂ ਬਾਹਰ ਹੀ ਕੱਢਣਾ ਸੀਗਾ, ਬਾਹਰ ਹੀ ਕਢਾਉਣਾ ਸੀ ਤੇ ਫਿਰ ਇਹ ਸੁੱਟਿਆ ਕਿਉਂ? ਜੇ ਸੁੱਟ ਦਿੱਤਾ ਗਿਆ ਇਹ ਲੋਟਾ ਇੰਨਾ ਕੀਮਤੀ ਵੀ ਨਹੀਂ ਹੈ ਵੀ ਸੋਨੇ ਦਾ ਹੋਵੇ ਜਾਂ ਹੋਰ ਕਿਸੇ ਵਧੀਆ ਧਾਤ ਦਾ ਬਣਿਆ ਹੋਵੇ, ਬੜਾ ਕੀਮਤੀ ਹੋਵੇ। ਖੁਦ ਪੈਸਿਆਂ ਦਾ ਇਹ ਲੋਟਾ ਹੈ, ਜੇ ਸੁੱਟ ਦਿੱਤਾ ਗਿਆ ਗੰਦੇ ਚੁੱਕੜ ਵਿੱਚ ਸੁੱਟ ਦਿੱਤਾ ਗਿਆ, ਜੇ ਸੁੱਟ ਦਿੱਤਾ ਸੁੱਟੀ ਰਹਿਣ ਤੋਂ ਇਸ ਲੋਟੇ ਨੂੰ ਕੱਢ ਕੇ ਕੀ ਕਰਨਾ ਹੈ? ਪੁੱਤਰਾਂ ਨੇ ਇਨਕਾਰ ਕਰ ਦਿੱਤਾ ਵੀ ਸਾਡੇ ਤੇ ਵਸਤਰ ਮੈਲੇ ਹੋ ਜਾਣਗੇ, ਵਸਤਰ ਗੰਦੇ ਹੋ ਜਾਣਗੇ ਤੇ ਫਿਰ ਇਸ ਲੋਟੇ ਨੂੰ ਕੱਢ ਕੇ ਵੀ ਕੀ ਕਰਨਾ ਹੈ? ਪੁੱਤਰਾਂ ਨੇ ਇਨਕਾਰ ਕਰ ਦਿੱਤਾ। ਸਤਿਗੁਰ ਜੀ ਨੇ ਭਾਈ ਲਹਿਣੇ ਵੱਲ ਵੇਖਿਆ, ਲਹਿਣੇ ਨੂੰ ਇਸ਼ਾਰਾ ਕੀਤਾ ਕਿ ਭਾਈ ਲਹਿਣੇ ਨੇ ਆਪਣੇ ਵਸਤਰਾਂ ਵੱਲ ਹੀ ਦੇਖਿਆ ਕਿ ਉਸ ਲੋਟੇ ਵੱਲ ਵੇਖਿਆ ਕਿ ਉਸੇ ਵੇਲੇ ਚਿੱਕੜ ਵਿੱਚ ਜਾ ਵੜੇ ਹਨ। ਚਿੱਕੜ ਵਿੱਚ ਜਾ ਕੇ ਉਹ ਲੋਟਾ ਕੱਢ ਲਿਆਂਦਾ ਹੈ, ਉਹਨੂੰ ਧੋ ਕੇ ਸਾਫ਼ ਕਰਕੇ ਸਤਿਗੁਰ ਜੀ ਨੂੰ ਲਿਆ ਕਰਕੇ ਭੇਟ ਕਰ ਦਿੱਤਾ ਹੈ। ਹੁਣ ਇਹ ਕੁਝ ਪ੍ਰੀਖਿਆਵਾਂ ਜਿਹੜੀਆਂ ਸਨ, ਹੁਕਮ ਮੰਨਣ ਦੀ ਜਿਹੜੀ ਕਾਰਕ ਹੈ ਉਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੇਖਣੀ ਕੀਤੀ ਹੈ ਵੀ ਕਿਹੜਾ ਸਾਡੇ ਹੁਕਮ ਦੇ ਉੱਪਰ ਖਰਾ ਉਤਰਦਾ ਹੈ। ਕਿਉਂਕਿ ਸਿੱਖਾਂ ਦੀ ਭੋਗ ਕਰਨੀ ਸੀ, ਪੁੱਤਰਾਂ ਦੀ ਭੋਗ ਕਰਨੀ ਸੀ, ਸਾਰਿਆਂ ਦੀ ਜਿਹੜੀ ਭੋਗ ਕਰਕੇ ਫਿਰ ਸਤਿਗੁਰੂ ਜੀ ਨੇ ਇਹ ਦੇਖਣਾ ਸੀਗਾ ਕਿ ਕਿਹੜਾ ਜਿਹੜਾ ਗੁਰਤਾ ਗੱਦੀ ਦੇ ਯੋਗ ਹੈ। ਸਿੱਖਾਂ ਪੁੱਤਰਾ ਭੋਗ ਹੈ ਜਾਂ ਸੋਸ ਦਾ ਲੈਣਾ ਟਿਕੇ ਹੁਣ ਸਿੱਖਾਂ ਦੀ ਭੋਗ ਕਰਨੀ ਕਾ, ਪੁੱਤਰਾਂ ਦੀ ਭੋਗ ਕਰਨੀ ਕਾ, ਸਾਰਿਆਂ ਨੂੰ ਪਰਖ ਕਰਕੇ ਜਿਹੜਾ ਯੋਗ ਹੋਵੇਗਾ ਉਹ ਗੁਰਤਾ ਗੱਦੀ ਪ੍ਰਾਪਤ ਕਰ ਲਵੇਗਾ। ਤੇ ਇਸ ਪਰਖ ਦੇ ਵਿੱਚ, ਇਸ ਕਸਵੱਟੀ ਦੇ ਵਿੱਚ ਭਾਈ ਲਹਿਣਾ ਜਿਹੜਾ ਖਰਾ ਉਤਰਦਾ ਰਿਹਾ ਹੈ। ਹੁਣ ਇੱਕ ਆਖਰੀ ਪਰਖ ਜਿਹੜੀ ਹੈ ਕਿ ਪੁੱਤਰਾਂ ਦੇ ਮਨ ਵਿੱਚ ਕੁਝ ਭਰਮ ਨਾ ਰਹਿ ਜਾਵੇ, ਪੁੱਤਰਾਂ ਦੇ ਮਨ ਵਿੱਚ ਕੋਈ ਸ਼ੱਕ ਨਾ ਰਹਿ ਜਾਵੇ ਕਿ ਭਾਈ ਲਹਿਣੇ ਦੇ ਕੋਲ ਗੁਰਤਾ ਗੱਦੀ ਕਿਉਂ ਚਲੀ ਗਈ ਹੈ। ਸਤਿਗੁਰ ਜੀ ਇੱਕ ਦਿਨ ਭਰੀ ਸੰਗਤ ਵਿੱਚ ਬੈਠੇ ਹਨ। ਬਹੁਤ ਸੰਗਤਾਂ ਸਤਿਗੁਰ ਦੇ ਚਰਨਾਂ ਵਿੱਚ ਜੁੜੀਆਂ ਹੋਈਆਂ ਨੇ। ਸਤਿਗੁਰ ਜੀ ਦੇ ਪੁੱਤਰ ਹਨ, ਦੋਵੇਂ ਪੁੱਤਰ ਬੈਠੇ ਨੇ, ਬਾਬਾ ਸ਼੍ਰੀ ਚੰਦ ਜੀ ਹਨ, ਬਾਬਾ ਲਖਮੀ ਦਾਸ ਜੀ ਹਨ। ਭਾਈ ਲਹਿਣਾ ਸਤਿਗੁਰ ਜੀ ਦੇ ਪਾਸ ਬੈਠਾ ਹੋਇਆ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਸਿੱਕਾ, ਇੱਕ ਪੈਸਾ ਜਿਹੜਾ ਆਪਣੀ ਜੇਬ ਦੇ ਵਿੱਚੋਂ ਕੱਢਿਆ
एक पैसा अपनी जेब के विचों कट के अपनी तली के ऊपर रख लिया है। तली ते वो पैसा रख के तली ते उस पैसे को टिका के अपनी मुट्ठी को बंद कर दिया। जदों मुट्ठी बंद की गई ते धन गुरु नानक पातशाह जी ने बाबा श्री चंद जी को पूछना किया कि पुत्र जी दसो साडी मुट्ठी दे विच की है। बाबा श्री चंद जी कह लगे साडे सामने ते तुसीं अपनी मुट्ठी ते एक पैसा रखिया, तली ते पैसा टिकाया कर। आप जी दी मुट्ठी दे विच एक पैसा है। सतगुरु जी ने यही सवाल बाबा लखमी दास जी ने कीता है कि बाबा लखमी दास जी ने यही जवाब दिता है कि आप जी दी मुट्ठी दे विच एक पैसा है। ते तीजी बार धन गुरु नानक पातशाह जी ने ये सवाल भाई लहणे को घराना कीता है। भाई लहणिया दस कि साडी मुट्ठी दे विच की है। जदों भाई लहणे को पूछना कीता है, भाई लहणा हाथ जोड़ के निमाणा बन के धन गुरु नानक पातशाह जी के सन्मुख खलो गया है। बेनती कर लगा सतगुरु जी मैं नहीं दस सकता कि आप जी की मुट्ठी दे विच की है। आप जी की मुट्ठी दे विच 9 नदियां ने 18 सिद्धियां कन, नाम दिया बरकतां कन, रब दिया रहमतां कन। जिहदे उपर तुसीं अपना हथ रख दवो उते दुनिया दा लोक परलोक दा बादशाह बन जावेगा। इस करके मैं ते दस ही नहीं सकता, मैं ते बयान कर ही नहीं सकता कि आप जी की मुट्ठी दे विच किहड़ियां किहड़ियां बरकतां कन, किहड़ियां किहड़ियां रहमतां। सतगुरु महाराज जी ने भाई लहणे के वचन सुने ते पुत्रा नूं आखिया कि पुत्र जी तुहाडे विच ते लहणे दे विच इह फर्क है। तुसीं सानू पिता समझदे हो लेकिन भाई लहणा सानू परमेश्वर का स्वरूप समझदा है। गुर परमेश्वर एको जान जो तिस भावै सो परवान। कि गुरु ते परमात्मा जिहड़ा एक है, गुरु ते परमेश्वर जिहड़ा एक है। इस करके सतगुरु जी ने अपने पुत्रां दे अगे भी स्पष्ट कर दिता कि साडे तो बाद गुरता गद्दी दा वारिस कौन बनेगा। हुण एक आखिरी अखीरली जिहड़ी परख रहिंदी है ते अखीर दी परख करन दे वास्ते धन गुरु नानक पातशाह जी ने एक कौतक रचिया है। सतगुरु जी ने बखरी तरह का वेश धारण कर लिया है। हाथ में सोटा पकड़ लिया है, कुछ कुत्ते नाल ले ले कर ते नगर तो सतगुरु जी बाहर वाल शमशान घाट वाल चल पिया। सिख भी मगर के भाई लहणा भी सतगुरु के पीछे चल गया। बेअंत सिख सतगुरु जी के मगर चल पिया। जेड़ा भी मगर चल के आया किसी के मगर कुत्ते छड़ दिते कन, किसी को वापस मोड़ दिता है। जेड़े होर अगे चल के आए सतगुरु जी के कोल पैसे सन, सोने दिया मोहरा सन, उस सोने दिया मोहरा खिलार दित्तियां, पैसे खिलार दिते ते वो अद्धे सिख पैसे चुक के वापस मुड़ गए। ते कुछ होर अगे आए, सतगुरु जी ने डंडा मारिया, डंडा दे के वो सिख पिछे चले गए। हुण अखीर दे उपर भाई लहणा जिहड़ा है वो धन गुरु नानक पातशाह जी के पीछे चलिया आ गया। सतगुरु जी अगे अगे जा रहे ने, शमशान घाट के लागे पहुंच गए कन ते धन गुरु नानक पातशाह जी ने भाई लहणे को वरजिया कि लहणिया बाकी सारे पीछे चले गए कन ते तू भी पीछे चला जा, तू भी वापस मुड़ जा। बाकी चले गए कन ते तू भी वापस चले जा। भाई लहणा कहन लगा सतगुरु जी जेड़े वापस गए कन उन्हां दा कोई ना कोई ठिकाना हो सकदा है, लेकिन मेरा ठिकाना ते केवल आप जी दे चरनां विच है।
जिथे तुसी जाओगे मैं भी उथे ही जावांगा, क्योंकि आप जी तो बगैर मेरा कोई आसरा कोई ठिकाना कहीं नहीं है। किसकी कोई कोए मन च निवाणी, एक तो क्यों ना मरीजा रोए, जालक चित न आप ही। किसी का कोई आसरा हो सकता है, किसी का कोई आसरा हो सकता है, लेकिन सतगुरु जी मेरा आसरा ते केवल तुसी को, मैं ते केवल आप जी के चरणों विच ठिकाना प्राप्त करना है। जदों भाई लहणा जी ने ये बोल आखे कन ते सतगुरु जी कह लगे कि जे तुहानूं ठिकाना चाहिदा है, फिर साडा एक हुक्म एक वचन मनना पैना है। भाई लाल जी कह लगे जेड़ा भी हुक्म करोगे मैं वचन मनन वास्ते तैयार हां। जे वचन मनन वास्ते तैयार हो ते सामने मुर्दा पिया है, ये मुर्दा खाना पवेगा। भाई लैणा जिने हाथ जोड़े कन, सतगुरु जी दसो मुर्दा किहड़े पासे खावा, सिर वाले पासे खावा कि पैरां वाले पासे खावा। सतगुरु जी कह लगे ये जिहड़ा मुर्दा है इस सिर वाले पासे खाना। जदों भाई लहणा जी उस मुर्दे ते कोल गए कन ते धन गुरु नानक पातशाह जी भाई लहणे दे कोल आए, मोटियां तो पकड़िया है, गड़बकड़ी दे विच लिया है ते सतगुरु जी कह लगे लहणिया जिवें तेरा ठिकाना साडे चरनां दे विच है, सानू भी कोई ठिकाना कोई आसरा चाहीदा सी जिथे असीं अपनी जोत टिका सकदे, जिथे असीं अपने आप को टिका सकदे। ते वो ठिकाना अज सानू मिल गया है ते असीं हुण तेरे अंदर अपनी जोत को टिकाना करांगे। आखिरी अखीरली प्रीखिया दे विच भाई लहणा जी पूरे खड़े उतरे ते सतगुरु महाराज जी ने 2 सितंबर 1539 ईस्वी नूं करतारपुर साहिब की धरती के उपर धन गुरु अंगद देव महाराज जी को गुरता गद्दी जो है बख्शिश की है। अज असी धन गुरु अंगद देव महाराज जी का गुरता गद्दी जो दिहाड़ा है ये भी मना रहे हैं ते नाल जो अज की लड़ीवार विचार है जो 12 की विचार चल रही है, अज का जो पावन वचन है भगत कबीर साहब जी अज के वचना विच ये वचन करना करते ने। सो करता सुहार सोह व्रत चढ़। इथे कोल भगत कबीर साहब जी कृपा करते ने, सुकिरत सहारै सो ये व्रत चढ़ै। सुकिरत तो भाव क्या चंगे कर्म करने, इथे जिहड़ा सुकिरत शब्द है भगत कबीर साहब जी वचन करते ने भी जिहड़ा शुक्रवार का दिन है इस शुक्रवार नूं कहंदे ने भी चंगे कर्म कर सुकिरत कर। हुण इधर जिहड़ा है साडे शुक्रवार मन्निया गया है, शुक्र ग्रह के नाल ये जिहड़ा शुक्रवार का दिन मिथ्या गया है ते दूजे पासे जिहड़े अंग्रेज कन इंग्लिश दे विच इहनूं फ्राइडे कहंदे हैं। हुण ये जिहड़ा फ्राइडे जिहड़ा अंग्रेजां वल्लों इह शब्द वरतिया गया है, पिछे जिहड़ा आपां वैंसडे है जिहड़ा अंग्रेजी दे विच बुधवार ते वैंसडे जिहनूं कहंदे हैं ते वैंसडे शब्द जिहड़ा है बुधन देवते तो बणिया है। हुण जिहड़ा बुधन देवता है इहदी स्त्री जिहड़ी है इहदा नाम सीगा बुधन देवते की स्त्री का नाम सी फरीगा, जिहनूं फरीगा कहंदे हैं ते फरीगा शब्द तो इन्हां ने फ्राइडे लिया है। बुधन देवते की स्त्री फरीगा, फरीगा तो इन्हां ने फ्राइडे लिया है। साडा जिहड़ा इधर शुक्रवार शुक्र ग्रह नाल जुड़िया गया है उन्होंने फरीगा के नाम नाल एक फ्राइडे जिहड़ा शब्द लिया है ते इत्थे भगत कबीर साहब जी वचन करते ने कि जिहड़ा ये शुक्रवार है इस दिन तो सुकिरत कर चंगे कर्म करने कर।
ਵੀ ਕਿਰਤ ਕਰ, ਕਿਉਂਕਿ ਜੇ ਕਿਰਤ ਕਰੇਗਾ, ਜਿਹੜਾ ਮਨੁੱਖ ਕਿਰਤ ਕਰਦਾ ਹੈ, ਕਿਰਤ ਕਰਨ ਵਾਲਾ ਕੀ ਪਰਮੇਸ਼ਰ ਦੇ ਘਰ ਦੀ, ਰੱਬ ਦੇ ਘਰ ਦੀ ਰਾਹ ਦੀ ਪਹਿਚਾਣ ਕਰ ਸਕਦਾ ਹੈ। ਜਿਹੜਾ ਮਨੁੱਖ ਕਿਰਤ ਨਹੀਂ ਕਰਦਾ ਹੈ, ਜਿਹੜਾ ਦੂਜਿਆਂ ਨਾਲ ਠੱਗੀ ਕਰਦਾ, ਧੋਖਾ ਕਰਦਾ ਹੈ, ਵੀ ਕਰਮ ਤੇ ਦੂਜਾ ਕਰ ਲਵੇ, ਕਿਰਤ ਤੇ ਦੂਜੀ ਕਰ ਲਵੇ, ਦੂਜਾ ਮਨੁੱਖ ਕਰ ਲਵੇ, ਲੇਕਿਨ ਉਹਦੀ ਕਿਰਤ ਦਾ ਫਲ ਮੈਨੂੰ ਮਿਲ ਜਾਵੇ। ਕਿਰਤ ਦੂਜਾ ਕਰੇ, ਉਹਦੇ ਵਿੱਚੋਂ ਮੈਂ ਜਿਹੜਾ ਬਹੁਤਾ ਖਾ ਲਵਾਂ, ਤੇ ਐਸਾ ਮਨੁੱਖ ਕਦੇ ਵੀ ਰੱਬ ਦੇ ਘਰ ਦੀ ਪਹਿਚਾਣ ਨਹੀਂ ਕਰ ਸਕਦਾ। ਸਤਿਗੁਰ ਦੀ ਪਾਵਨ ਬਾਣੀ ਵਿੱਚ ਵਚਨ ਕਰਦੇ ਨੇ, ਘਾਲ ਖਾਏ ਕਿਸ ਹੱਥੋਂ ਦੇ, ਜਿਹੜਾ ਆਪ ਘਾਲਣਾ ਕਰਦਾ, ਮਿਹਨਤ ਕਮਾਈ ਕਰਦਾ ਹੈ, ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ, ਉਹਨੂੰ ਰੱਬ ਦੇ ਰਾਹ ਦੀ ਪਹਿਚਾਣ ਆ ਜਾਂਦੀ ਹੈ। ਤੇ ਜਿਹੜਾ ਮਨੁੱਖ ਕਿਰਤ ਨਹੀਂ ਕਰਦਾ, ਉਹ ਕਦੇ ਵੀ ਪਰਮੇਸ਼ਰ ਦੇ ਰਾਹ ਦੀ ਪਹਿਚਾਣ ਨਹੀਂ ਕਰ ਸਕਦਾ। ਉਹ ਕਦੇ ਰੱਬੀ ਰਾਹ ਤੇ ਤੁਰ ਹੀ ਨਹੀਂ ਸਕਦਾ, ਉਹਨੂੰ ਸਮਝ ਹੀ ਨਹੀਂ ਪੈ ਸਕਦਾ। ਉਹ ਜਦੋਂ ਵੀ ਤੁਰੇਗਾ ਫਿਰ ਉਹਦਾ ਰਾਹ ਹੀ ਗਲਤ ਹੋਵੇਗਾ, ਮਾਇਆ ਵਾਲੇ ਰਸਤੇ ਤੇ ਤੁਰੇਗਾ। ਤੇ ਮਾਇਆ ਵਾਲੇ ਰਾਹ ਤੇ ਚੱਲ ਕੇ ਮਨੁੱਖ ਕਿਤੇ ਵੀ ਨਹੀਂ ਪਹੁੰਚ ਸਕਦਾ, ਕਿਉਂਕਿ ਮਾਇਆ ਦੀ ਕੋਈ ਮੰਜ਼ਿਲ ਹੈ ਹੀ ਨਹੀਂ ਹੈ। ਮਾਇਆ ਮਨੁੱਖ ਨੂੰ ਭਟਕਾਉਂਦੀ ਹੈ। ਇਸ ਕਰਕੇ ਜਿਹੜਾ ਮਨੁੱਖ ਕਿਰਤ ਦੇ ਰਾਹ ਤੇ ਤੁਰੇਗਾ, ਜਿਹੜਾ ਚੰਗੀ ਕਿਰਤ ਕਰੇਗਾ, ਉਹ ਹੀ ਰੱਬੀ ਰਾਹ ਤੇ ਚੱਲੇਗਾ, ਉਹਨੂੰ ਪਰਮਾਤਮਾ ਦੇ ਰਾਹ ਦੀ ਪਹਿਚਾਣ ਆਵੇਗੀ, ਉਹ ਹੀ ਪਰਮੇਸ਼ਰ ਦੇ ਰਾਹ ਤੇ ਚੱਲ ਸਕੇਗਾ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਕਿਰਤ ਕਰਨ ਦਾ ਉਪਦੇਸ਼ ਬਖਸ਼ਿਆ ਹੈ। ਗੁਰੂ ਸਾਹਿਬਾਨ ਜੀ ਆਪ ਕਿਰਤ ਕਰਦੇ ਸਨ। ਜਿੰਨੇ ਵੀ 15 ਭਗਤ ਹਨ, ਇਹ ਕਿਰਤੀ ਸਨ, ਕਿਰਤ ਕਰਦੇ ਸਨ, ਨਾਲ ਨਾਲ ਰੱਬ ਦੀ ਭਜਨ ਬੰਦਗੀ ਕਰਦੇ ਸਨ। ਕਿਰਤ ਕਰਦਿਆਂ, ਰੱਬ ਦੀ ਬੰਦਗੀ ਕਰਦਿਆਂ ਇਹਨਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ। ਇਸ ਕਰਕੇ ਹੁਣ ਇੱਥੇ ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਸੁਕਿਰਤ ਸਹਾਰੈ ਸੋ ਇਹ ਬਿਰਧ ਚੜ੍ਹੈ। ਜਿਹੜਾ ਮਨੁੱਖ ਕਿਰਤ ਕਰਦਾ ਹੈ, ਉਹਦੀ ਬਿਰਤੀ, ਉਹਦਾ ਮਨ ਜਿਹੜਾ ਹੈ ਦੁਨੀਆ ਦੀਆਂ ਵਾਸ਼ਨਾਵਾਂ ਤੋਂ ਮੁਕਤ ਹੋ ਸਕਦਾ ਹੈ। ਅੰਦਨ ਆਪ ਸੋ ਲੜੈ। ਤੇ ਦੂਜਾ ਨੁਕਤਾ ਇਹ ਹੈ, ਅੰਦਨ ਆਪ ਸੋ ਲੜੈ, ਵੀ ਇੱਕ ਤੇ ਕਿਰਤ ਕਰਨੀ ਹੈ, ਦੂਜੀ ਗੱਲ ਵੀ ਇਹ ਆਪਣੇ ਆਪ ਦੇ ਨਾਲ ਲੜੇ, ਆਪਣੇ ਮਨ ਦੇ ਉੱਪਰ ਕਾਬੂ ਪਾਉਣ ਦਾ ਯਤਨ ਕਰੇ। ਪੰਜ ਰੱਖ ਸਭੈ। ਜਿਹੜੀ ਸੁਰਖੀ ਹੈ, ਜਿਹੜੇ ਇਹਦੇ ਗਿਆਨ ਇੰਦਰੀ ਹਨ, ਪੰਜ ਜਿਹੜੇ ਗਿਆਨ ਇੰਦਰੀ ਹਨ, ਇਹਨਾਂ ਨੂੰ ਵੀ ਵਸ ਵਿੱਚ ਕਰਨ ਦਾ ਯਤਨ ਕਰੇ। ਇਹਨਾਂ ਪੰਜੇ ਗਿਆਨ ਇੰਦਰੀਆਂ ਨੂੰ ਵੀ ਕਾਬੂ ਕਰਨ ਦਾ ਯਤਨ ਕਰੇ। ਤੋ ਦੂਜੀ ਦ੍ਰਿਸ਼ਟਾ ਨਾ ਕਬੈ। ਇਹਦੇ ਅੰਦਰ ਜਿਹੜੀ ਦੂਜੀ ਦ੍ਰਿਸ਼ਟੀ ਹੈ, ਮੇਰ ਤੇ ਦੀ ਭਾਵਨਾ ਹੈ, ਈਰਖਾ ਦੀ ਭਾਵਨਾ ਇਹਦੇ ਅੰਦਰੋਂ ਮੁੱਕ ਜਾਵੇਗੀ। ਆਵਰ ਤੇਰਾ ਕਰ ਰੱਖ ਸੋਏ। ਅੱਗੇ ਫਿਰ ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਥਾਵਰ ਥਿਰ ਕਰ ਰੱਖੈ ਸੋਏ। ਥਾਵਰ ਜਿਹੜਾ ਸ਼ਬਦ ਹੈ, ਇਹ ਸ਼ਨੀਵਾਰ ਵਾਸਤੇ ਵਰਤਿਆ ਗਿਆ ਹੈ। ਹੁਣ ਉਧਰ ਸੈਟਰਡੇ ਕਹਿੰਦੇ ਨੇ, ਉਹ ਵੀ ਸ਼ਨੀ ਗ੍ਰਹਿ ਦੇ ਨਾਲ ਹੈ। ਇੱਧਰ ਸ਼ਨੀਵਾਰ ਕਹਿੰਦੇ ਨੇ, ਇਹ ਵੀ ਸ਼ਨੀ ਗ੍ਰਹਿ ਦੇ ਨਾਲ, ਇਹਦੇ ਇੱਕੋ ਗ੍ਰਹਿ ਦੇ ਨਾਲ ਹੀ ਜੁੜੇ ਹੋਏਗਾ। ਤੇ ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਥਾਵਰ ਥਿਰ ਕਰ ਰੱਖੈ ਸੋਏ। ਕਹਿੰਦੇ ਇਹ ਸ਼ਨੀਵਾਰ ਇਹ ਸਮਝਾ ਰਿਹਾ ਹੈ ਕਿ ਜਿਹੜਾ ਮਨੁੱਖ ਆਪਣੇ ਮਨ ਨੂੰ, ਆਪਣੇ ਹਿਰਦੇ ਨੂੰ ਥਿਰ ਕਰਕੇ ਰੱਖਦਾ ਹੈ, ਜਿਹੜਾ ਮਨੁੱਖ ਆਪਣੇ ਮਨ ਨੂੰ ਟਿਕਾਣ ਦੀ ਯੁਕਤੀ ਸਮਝ ਲੈਂਦਾ ਹੈ, ਆਪਣੇ ਮਨ ਨੂੰ ਟਿਕਾ ਲੈਂਦਾ ਕਿ ਕਿਸ ਢੰਗ ਨਾਲ, ਕਿਸ ਤਰੀਕੇ ਨਾਲ ਇਹ ਮਨ ਟਿਕੇਗਾ, ਕਿਸ ਢੰਗ ਨਾਲ ਮੈਂ ਇਸ ਆਪਣੇ ਮਨ ਤੇ ਕਾਬੂ ਕਰ ਸਕਦਾ ਹਾਂ। ਜੋਤਾ ਜੀਵਟ ਘਟ ਨਾ ਜੋਏ। ਜਿਹੜੀ ਪਰਮੇਸ਼ਰ ਦੀ ਜੋਤ ਹੈ, ਰੱਬੀ ਜੋਤ ਹੈ, ਉਸ ਜੋਤ ਨੂੰ ਜਗਾਉਣ ਦਾ ਯਤਨ ਕਰਦਾ ਹੈ। ਜੋਤ ਦੀ ਵੱਟੀ ਘਟ ਮੈਂ ਕੋਈ ਰੱਬ ਦੀ ਜੋਤ ਦੇ ਅੰਦਰ ਖਾਈ, ਲੇਕਿਨ ਉਹਨੂੰ ਇਹਨੇ ਮੱਧਮ ਕੀਤਾ ਹੋਇਆ ਹੈ। ਉਸ ਜੋਤ ਨੂੰ ਜਿਹੜਾ ਜਗਾਉਣ ਦਾ, ਪ੍ਰਗਟ ਕਰਨ ਦਾ ਯਤਨ ਕਰਦਾ ਹੈ।
ਬਾਹਰ ਭੀਤਰ ਭਿਆ ਪ੍ਰਗਾਸ ਤੇ ਜਦੋਂ ਇਹ ਰੱਬੀ ਜੋਤ ਇਹਦੇ ਹਿਰਦੇ ਦੇ ਅੰਦਰ ਜਗ ਪੈਂਦੀ ਹੈ, ਪਰਮੇਸ਼ਰ ਦੀ ਜੋਤ ਦਾ ਇਹਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ। ਕਹਿਣ ਲੱਗੇ ਅੰਦਰ ਕੀ ਬਾਹਰ ਕੀ ਦੋਵੇਂ ਥਾਵਾਂ ਤੇ ਪ੍ਰਕਾਸ਼ ਹੋ ਜਾਵੇਗਾ। ਜਦੋਂ ਉਹ ਰੱਬੀ ਜੋਤ ਇਹਦੇ ਹਿਰਦੇ ਦੇ ਅੰਦਰ ਜਗ ਪਈ, ਜਦੋਂ ਪਰਮੇਸ਼ਰ ਦੀ ਜੋਤ ਇਹਦੇ ਅੰਦਰ ਜਗ ਪਈ, ਜਿਵੇਂ ਦੀਵਾ ਬੁਝਿਆ ਹੋਇਆ ਲਾਈਟ ਬੁਝੀ ਹੈ, ਜੇ ਲਾਈਟ ਬੁਝੀ ਹੈ ਤੇ ਹਨੇਰਾ ਹੋਵੇਗਾ, ਜੇ ਲਾਈਟ ਜਗਦੀ ਪਈ ਹੈ ਤੇ ਚਾਨਣ ਦਾ ਪ੍ਰਕਾਸ਼ ਦਾ ਜੋ ਜੋ ਵਸਤੂ ਜਿੱਥੇ ਪਈ ਹੈ ਉਹ ਸਾਨੂੰ ਨਜ਼ਰ ਆ ਰਹੀ ਹੈ, ਦਿਸ ਰਹੀ ਹੈ। ਜਿੱਥੇ ਪ੍ਰਕਾਸ਼ ਨਹੀਂ ਹੈ, ਚਾਨਣ ਨਹੀਂ ਹੈ, ਕੁਝ ਪਤਾ ਨਹੀਂ ਲੱਗ ਰਿਹਾ। ਹੁਣ ਜੋ ਸਾਡੇ ਅੰਦਰ ਪ੍ਰਮਾਤਮਾ ਨੇ ਖਜ਼ਾਨਾ ਰੱਖਿਆ ਹੈ, ਜਦੋਂ ਅੰਦਰ ਰੱਬੀ ਜੋਤ ਜਗੇਗੀ, ਪਰਮੇਸ਼ਰ ਦੀ ਜੋਤ ਦਾ ਪ੍ਰਕਾਸ਼ ਹੋਵੇਗਾ, ਫਿਰ ਕੀ ਜਿਹੜਾ ਹੈ ਇਹਨੂੰ ਆਪਣੇ ਅੰਦਰ ਦੇ ਖਜ਼ਾਨੇ ਦਾ ਪਤਾ ਲੱਗੇਗਾ ਵੀ ਪਰਮੇਸ਼ਰ ਨੇ ਮੇਰੇ ਅੰਦਰ ਕਿਹੜਾ ਕਿਹੜਾ ਖਜ਼ਾਨਾ ਰੱਖਿਆ ਹੋਇਆ ਹੈ। ਬਾਹਰ ਜਿਹੜੀ ਪਰਮੇਸ਼ਰ ਦੀ ਕੁਦਰਤ ਹੈ ਇਹ ਕਿੱਡੀ ਕੀਮਤੀ ਹੈ, ਬਾਹਰ ਦੀ ਕੁਦਰਤ ਕਿੱਡੀ ਮਹਾਨ ਹੈ। ਇੱਥੇ ਹੁਣ ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਬਾਹਰ ਭੀਤਰ ਭਿਆ ਪ੍ਰਗਾਸ, ਅੰਦਰ ਤੇ ਬਾਹਰ ਇਹਦੇ ਪ੍ਰਕਾਸ਼ ਪ੍ਰਕਾਸ਼, ਚਾਨਣੀ ਚਾਨਣ ਹੋ ਜਾਵੇਗਾ। ਅੰਦਰ ਵੀ ਇਹਨੂੰ ਖਜ਼ਾਨਾ ਮਿਲੇਗਾ, ਜਦੋਂ ਬਾਹਰ ਸੰਸਾਰ ਵੱਲ ਤੱਕੇਗਾ ਬਾਹਰੋਂ ਵੀ ਇਹਨੂੰ ਰੱਬ ਦਾ ਹੀ ਰੂਪ ਨਜ਼ਰ ਆਵੇਗਾ, ਬਾਹਰੋਂ ਵੀ ਇਹਨੂੰ ਕੀਮਤੀ ਖਜ਼ਾਨਾ ਹੀ ਪ੍ਰਾਪਤ ਹੋਵੇਗਾ। ਹੁਣ ਜਦੋਂ ਬੰਦਾ ਜਦੋਂ ਇਹਦੇ ਅੰਦਰ ਰੱਬ ਦੀ ਜੋਤ ਪ੍ਰਗਟ ਨਹੀਂ ਕਰ, ਅੰਦਰ ਝਾਕਦਾ, ਅੰਦਰ ਤੇ ਹਨੇਰਾ ਹੀ ਹਨੇਰਾ, ਅੰਦਰ ਤੇ ਕੁਝ ਵੀ ਨਹੀਂ ਦਿਸਦਾ। ਜਦੋਂ ਬਾਹਰ ਦੇਖਦਾ ਹੈ, ਬਾਹਰ ਈਰਖਾ ਦੇ ਨਾਲ, ਦਵੈਤ ਦੇ ਨਾਲ, ਲੋਭ ਦੇ ਨਾਲ, ਕ੍ਰੋਧ ਦੇ ਨਾਲ ਹੀ ਭਰਿਆ ਰਹਿੰਦਾ ਹੈ। ਬਾਹਰ ਇਸ ਤਰ੍ਹਾਂ ਦੀ ਵਰਤੀ ਹੈ, ਨਾ ਇਹਨੂੰ ਬਾਹਰੋਂ ਕੁਝ ਮਿਲ ਰਿਹਾ, ਨਾ ਕੁਝ ਅੰਦਰੋਂ ਕੁਝ ਮਿਲ ਰਿਹਾ ਹੈ। ਜੇ ਇਹਨੇ ਅੰਦਰੋਂ ਤੇ ਬਾਹਰੋਂ ਕੁਝ ਪ੍ਰਾਪਤ ਕਰਨਾ ਹੈ, ਇਹਨੂੰ ਆਪਣੇ ਅੰਦਰ ਪਰਮੇਸ਼ਰ ਦੀ ਜੋਤ ਜਗਾਣੀ ਪਵੇਗੀ। ਜਦੋਂ ਉਹ ਰੱਬੀ ਜੋਤ ਜਗ ਪੇ, ਅੰਦਰ ਤੇ ਬਾਹਰ ਪ੍ਰਕਾਸ਼ ਹੋ ਜਾਵੇਗਾ। ਤਬ ਹੁਆ ਸਗਲ ਕਰਮ ਕਾ ਨਾਸ, ਫਿਰ ਇਹਦੇ ਸਾਰੇ ਕਰਮਾਂ ਦਾ ਜਿਹੜਾ ਨਾਸ਼ ਹੋ ਜਾਵੇਗਾ, ਕਰਮਾਂ ਦਾ ਜੋ ਭਾਵ ਹੈ ਉਹ ਕੀ ਮੁੱਕ ਜਾਵੇਗਾ। ਜਬ ਲਵ ਘਟ ਮੈਂ ਦੂਜੀ ਆਨ, ਜਦੋਂ ਤੱਕ ਮਨੁੱਖ ਦੇ ਅੰਦਰ ਪਰਮਾਤਮਾ ਨੂੰ ਛੱਡ ਕੇ ਦੂਜੇ ਦੀ ਆਨ ਕਰ, ਦੂਜੇ ਦੀ ਖਿੱਚ ਕਰ, ਦੂਜੇ ਦੀ ਤੜਪ ਕਰ, ਦੂਸਰੇ ਵੱਲ ਇਹ ਭੱਜ ਰਿਹਾ ਹੈ, ਮਹਿਰ ਨਾ ਲੱਭ ਜਾਣਾ, ਉਤਨਾ ਚਿਰ ਤੱਕ ਨਾ ਇਹ ਆਪਣੇ ਅੰਦਰ ਟਿਕ ਸਕਦਾ ਹੈ, ਨਾ ਅੰਦਰ ਟਿਕ ਕਰਕੇ ਉਸ ਖਜ਼ਾਨੇ ਦੀ ਇਹ ਪ੍ਰਾਪਤੀ ਕਰ ਸਕਦਾ, ਨਾ ਉਹਦਾ ਲਾਭ ਲੈ ਸਕਦਾ। ਜਦੋਂ ਇਹ ਟਿਕ ਕੇ ਅੰਦਰ ਟਿਕੇਗਾ ਤੇ ਫਿਰ ਕੀ ਅੰਦਰਲੇ ਖਜ਼ਾਨੇ ਦੀ ਪ੍ਰਾਪਤੀ ਕਰ ਸਕੇਗਾ। ਇਸ ਕਰਕੇ ਦੂਜੇ ਦੀ ਕਾਣ ਛੱਡ ਕੇ, ਦੂਜੇ ਦੀ ਭਾਲ ਛੱਡ ਕੇ ਕੇਵਲ ਇਹ ਆਪਣੇ ਅੰਦਰ ਕੀ ਟਿਕਣਾ ਕਰੇ। ਰਾਮ ਸੋ ਲਾਗੋ ਰੰਗ, ਔਰ ਪਰਮੇਸ਼ਰ ਨੂੰ ਸਿਮਰਦਿਆ ਪਰਮੇਸ਼ਰ ਦੀ ਯਾਦ ਜੁੜਿਆ, ਇਹਦਾ ਪਰਮੇਸ਼ਰ ਦੇ ਵਾਸਤੇ ਪ੍ਰੀਤ ਪੈਦਾ ਹੋ ਜਾਵੇਗੀ, ਰੰਗ ਲੱਗ ਜਾਵੇਗਾ। ਰਮਤ ਰਮਤ ਸੋ ਲਾਗਿਓ ਰੰਗ, ਪਰਮੇਸ਼ਰ ਨੂੰ ਯਾਦ ਕਰਦਿਆਂ, ਉਹਦੀ ਭਗਤੀ ਕਰਦਿਆਂ ਇਹਦੇ ਅੰਦਰ ਪ੍ਰਭੂ ਦੇ ਵਾਸਤੇ ਪ੍ਰੇਮ ਪੈਦਾ ਹੋ ਜਾਵੇਗਾ। ਤਬ ਨਰਮਲ ਅੰਗ, ਤੇ ਜਦੋਂ ਇਹਦੇ ਅੰਦਰ ਪਰਮੇਸ਼ਰ ਦੀ ਸੱਚੀ ਪ੍ਰੀਤ, ਸੱਚਾ ਪਿਆਰ ਪੈਦਾ ਹੋ ਗਿਆ ਤੇ ਕਹਿ ਕਬੀਰ ਤਬ ਨਿਰਮਲ ਅੰਗ, ਇਹ ਅੰਦਰੋਂ ਬਾਹਰੋਂ ਪਵਿੱਤਰ ਹੋ ਜਾਵੇਗਾ, ਨਿਰਮਲ ਹੋ ਜਾਵੇਗਾ। ਇੰਨਾ ਕੁ ਨਿਰਮਲ, ਇੰਨਾ ਕੁ ਪਵਿੱਤਰ ਹੋ ਜਾਵੇਗਾ ਕਿ ਇਹਨੂੰ ਪਰਮਾਤਮਾ ਨੂੰ ਲੱਭਣ ਵਾਸਤੇ ਨੇ ਪਰਮਾਤਮਾ ਇਹਦੀ ਭਾਲ ਕਰੇਗਾ। ਭਗਤ ਕਬੀਰ ਸਾਹਿਬ ਜੀ ਕਹਿਣਗੇ, ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਪਾਛੂ ਲਾਗੇ ਹਰ ਫਿਰੈ, ਕਹਿਤ ਕਬੀਰ ਕਬੀਰ। ਕਹਿਣਗੇ ਪਹਿਲਾਂ ਮੈਂ ਪਰਮਾਤਮਾ ਨੂੰ ਲੱਭ ਰਿਹਾ ਸੀ, ਤੇ ਜਦੋਂ ਪਰਮੇਸ਼ਰ ਦੀ ਕਿਰਪਾ ਨਾਲ ਨਿਰਮਲ ਹੋ ਗਿਆ, ਪਵਿੱਤਰ ਹੋ ਗਿਆ, ਤੇ ਹੁਣ ਪਰਮੇਸ਼ਰ ਮੈਨੂੰ ਲੱਭ ਰਿਹਾ ਹੈ। ਸੋ ਇਹ ਵਿਚਾਰ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। 7 ਵਾਰ ਸਨ, 8 ਬੰਦ ਸਨ।
ਭਾਵੇਂ ਅਸੀਂ ਕੋਈ ਵੀ ਸਤਿਗੁਰੂ ਜੀ ਦੀ ਰਚਨਾ ਪੜ੍ਹ ਲਈਏ, 12 ਵਾਰ ਪੜ੍ਹ ਲਈਏ, ਚਿੱਤੀ ਗੋੜੀ ਪੜ੍ਹ ਲਈਏ, ਇਹ 7 ਵਾਰ ਪੜ੍ਹ ਲਈਏ, ਇੱਥੇ ਇੱਕ ਦੋ ਅੰਗ ਜਿਹੜੇ ਹਨ ਵੱਧ ਹੁੰਦੇ ਹਨ। ਇਹ ਇਸ ਵਾਸਤੇ ਵੀ ਸਿੱਖ ਕਿਤੇ ਦਿਨਾਂ ਦੇ ਮਹੀਨਿਆਂ ਦੇ ਚੱਕਰਾਂ ਵਿੱਚ ਨਾ ਪੈ ਵੀ ਫਲਾਣਾ ਦਿਨ ਮਾੜਾ, ਫਲਾਣਾ ਮਹੀਨਾ ਮਾੜਾ ਹੈ। ਸਤਿਗੁਰੂ ਜੀ ਨੇ ਕੇਵਲ ਇਹਨਾਂ ਮਹੀਨਿਆਂ ਦੇ ਦਿਨਾਂ ਦੇ ਨਾਮ ਵਰਤ ਕਰਕੇ ਸਾਨੂੰ ਜੀਵਨ ਦੀ ਸੋਝੀ ਬਖਸ਼ੀ ਹੈ, ਪਰਮੇਸ਼ਰ ਦਾ ਗਿਆਨ ਬਖਸ਼ਿਆ ਹੈ, ਤਾਂ ਕਿ ਅਸੀਂ ਪ੍ਰਭੂ ਦੇ ਨਾਮ ਨਾਲ ਜੁੜ ਕਰਕੇ ਆਪਣੇ ਜੀਵਨ ਨੂੰ ਸਵਾਰ ਸਕੀਏ। ਸਤਿਗੁਰੂ ਜੀ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ, ਸੰਗਤ ਸਤਿਗੁਰੂ ਜੀ ਬਖਸ਼ਣ ਜੋਗ ਬਖਸ਼ ਲੈਣਾ। ਕਰੋ ਫਤਿਹ ਦੀ ਸਾਥ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।